ਜਿਹੜੀਆਂ ਨੇ ਉਹ ਲੋਕ ਮੂਹਰੇ ਝੁਕਦੀਆਂ ਨੇ, ਪਰ ਹੁਣ ਅੱਜ ਦੇ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਸਮੁੱਚੀ ਸੈਂਟਰ ਸਰਕਾਰ ਹੈ ਉਹਦੇ 5 ਰਾਜਾਂ ਦੇ ਵੋਟਾਂ 'ਚ ਹੀ ਨਹੀਂ ਕਹਿੰਦੇ ਨੇ ਮਨਮਸਤ ਹੋ ਰਹੀ ਹੈ। ਇਹ ਹੈ ਕਿ ਸ਼ਾਂਤਾ ਕੁਮਾਰ ਕਮੇਟੀ ਦੇ ਵਿੱਚ ਇਹ ਪਾਸ ਕੀਤਾ ਗਿਆ ਉਹਦੀ ਰਿਪੋਰਟ ਦੇ ਵਿੱਚ ਕਿ ਜਿਹੜਾ FCI ਹੈ ਇਸ ਨੂੰ ਜਿੰਨੀ ਛੇਤੀ ਖਤਮ ਕੀਤਾ ਜਾਵੇ ਉਨਾ ਹੀ ਸਰਕਾਰ ਲਈ ਵਧੀਆ ਹੈ। ਕੰਡਿਆਲੀ ਖੇਤਰ ਦੇ ਨੇੜੇ ਲੱਗਦੇ ਆ, ਬਾਰਡਰਾਂ ਦੇ ਨੇੜੇ ਆ, ਉਹ ਬਦਵਾ ਮਜ਼ਦੂਰ ਬਣਾ ਰਹੇ ਕਿ ਚਿੱਠੀ ਇਸ ਤਰ੍ਹਾਂ ਦੀ ਵੀ ਆ ਗਈ। ਕੀ ਸੋਚਦੇ ਹੋ ਵੀ ਸਰਕਾਰ ਦਾ ਮਨਸੂਬਾ ਕੀ ਹੈ? ਕੀ ਉਹ ਪੰਜਾਬ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ? ਵੀ ਚਾਹੁੰਦੀ ਹੈ ਕਿ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ ਵੈਸਟ ਬੰਗਾਲ ਹੈ ਕਿ ਅਸੀਂ ਉਹ ਤੇ ਕਬਜ਼ਾ ਕਰੀਏ। 2 ਨੰਬਰ ਤੇ ਯੂਪੀ ਹੈ, 3 ਨੰਬਰ ਤੇ ਪੰਜਾਬ ਆਉਂਦਾ ਖੇਤੀ ਦੇ ਵਿੱਚ। ਸਰਕਾਰ ਬੈਠੀ ਹੈ ਜੋ ਆਪਦੇ ਮਨਸੂਬੇ ਉਹਨਾਂ ਲੋਕਾਂ ਦੇ ਉੱਤੇ ਥੋਪਣ ਲੱਗੀ ਹੋਈ ਹੈ। ਸਾਡੇ ਪੰਜਾਬ ਦੇ ਵਿੱਚ ਗੈਰ BJP ਸਰਕਾਰ ਹੈ, ਕਾਂਗਰਸੀ ਸਰਕਾਰ ਹੈ। ਸੋ ਅਸੀਂ ਜਿਹੜਾ ਹੈਗਾ ਇਹ ਸਾਰਾ ਕੁਝ ਸ਼ਾਂਤੀਪੂਰਵਕ ਢੰਗ ਨਾਲ ਆਪਦਾ ਪ੍ਰੋਟੈਸਟ ਕਰ ਰਹੇ ਹਾਂ ਤੇ 4 ਮਹੀਨੇ ਤੋਂ ਵੱਧ ਸਮਾਂ ਤਾਂ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਹੋ ਗਿਆ। ਉਹ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕੀਤਾ। ਸੋ ਇਹ ਬਲੈਕ ਲਾ ਜਿਹੜੇ ਬਣਾਏ ਨੇ ਇਹ ਗਵਰਨਮੈਂਟ ਨੂੰ ਰਿਪੀਲ ਕਰਨੇ ਪੈਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ 5 ਤਰੀਕ ਨੂੰ FCI ਦੇ ਗੋਦਾਮਾਂ ਦੇ ਬਾਹਰ, ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਸੋ ਅੱਜ ਅਸੀਂ ਖੜੇ ਹਾਂ ਪਟਿਆਲਾ ਦੇ FCI ਦੇ ਗੋਦਾਮਾਂ ਦੇ ਬਾਹਰ, ਜਿੱਥੇ ਕਿ ਵੱਡੀ ਗਿਣਤੀ ਦੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਦੇ ਲੋਕ, ਕਿਸਾਨ ਖੁਦ ਪਹੁੰਚੇ ਹੋਏ ਆ। ਔਰ ਪੰਮੀ ਬਾਈ ਜੋ ਕਿ ਸਟਾਰਟਿੰਗ ਤੋਂ ਹੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਆ, ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਉਹ ਵੀ ਇੱਥੇ ਆਏ ਆ ਗੱਲਬਾਤ ਕਰਨ ਦੇ ਲਈ ਔਰ ਹੱਲਾਸ਼ੇਰੀ ਦੇਣ ਲਈ। ਗੱਲਬਾਤ ਉਹਨਾਂ ਦੇ ਨਾਲ ਕਰ ਲੈਂਦੇ ਹਾਂ। ਬਾਈ ਜੀ, ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੋ, ਆਪਾਂ ਗੱਲ ਕਰ ਲਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਐਲਾਨ ਦਿੱਤਾ ਗਿਆ ਵੱਖ-ਵੱਖ ਤਰੀਕਾਂ ਦੇ ਲੈ ਕੇ, ਪਰ ਕੀ ਕਾਰਨ ਹੈ ਕਿ ਸਰਕਾਰ ਹਜੇ ਤੱਕ ਇਸ ਚੀਜ਼ ਨੂੰ ਨਹੀਂ ਸੁਣ ਰਹੀ, ਜਦ ਕਿ ਇਹ ਕਿਸਾਨ ਅੰਦੋਲਨ ਜਨ ਅੰਦੋਲਨ ਵੀ ਬਣ ਚੁੱਕਿਆ? ਦੇਖੋ, ਗੱਲ ਇਹ ਹੈਗੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕ ਮੂਹਰੇ ਝੁਕਦੀਆਂ ਨੇ, ਪਰ ਹੁਣ ਅੱਜ ਦੇ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਸਮੁੱਚੀ ਸੈਂਟਰ ਸਰਕਾਰ ਹੈ ਉਹਦੇ 5 ਰਾਜਾਂ ਦੇ ਵੋਟਾਂ 'ਚ ਹੀ ਨਹੀਂ ਕਹਿੰਦੇ ਨੇ ਮਨਮਸਤ ਹੋ ਰਹੀ ਹੈ ਤੇ ਉੱਥੇ ਲੱਖਾਂ ਕਰੋੜਾਂ ਰੁਪਈਆ ਉਹ ਖਰਚ ਕਰ ਰਹੇ ਨੇ, ਲੋਕਾਂ ਨੂੰ ਲੁਭਾ ਰਹੇ ਨੇ, ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਲੋਕਾਂ ਨੂੰ ਦੱਸ ਰਹੇ ਨੇ, ਲੁਭਾਉਣੇ ਨਾਅਰਿਆਂ ਦੇ ਵਿੱਚ ਉਹਨਾਂ ਨੂੰ ਫਸਾ ਰਹੇ ਨੇ ਤੇ ਕਹਿੰਦੇ ਨੇ ਜਿਹੜਾ ਹੈਗਾ ਵੀ ਸਾਡੇ ਫਿਰਕੂ ਤਣਾਅ ਜਿਹੜਾ ਹੈਗਾ ਵੱਖ-ਵੱਖ ਰਾਜਾਂ ਦੇ ਵਿੱਚ ਪੈਦਾ ਕਰ ਰਹੇ ਨੇ। ਪਰ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਵਾਂਗੂ ਕਿਸਾਨ ਜਥੇਬੰਦੀਆਂ ਨੇ ਅੱਜ ਕਿਹਾ ਸੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ FCI ਦੇ ਸੈਂਟਰ ਨੇ ਉਹਨਾਂ ਦੇ ਮੂਹਰੇ ਸ਼ਾਂਤਮਈ ਧਰਨਾ ਜਿਹੜਾ ਹੈਗਾ ਉਹ ਦੇਵਾਂਗੇ ਇਸ ਰੋਹ ਦੇ ਲਈ, ਕਿਉਂਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ FCI ਦੀ ਖਰੀਦ ਨਾ ਹੋਵੇ ਤੇ FCI ਦੀ ਜਿੰਨੀ ਕਿ 20% ਖਰੀਦ ਹੁੰਦੀ ਹੈ ਕਿ ਉਹਦੇ ਡਾਇਰੈਕਟ ਪੈਸੇ ਦਿੱਤੇ ਜਾਣ। ਤੇ ਦੂਜੀ ਗੱਲ ਇਹ ਹੈ ਕਿ ਸ਼ਾਂਤਾ ਕੁਮਾਰ ਕਮੇਟੀ ਦੇ ਵਿੱਚ ਇਹ ਪਾਸ ਕੀਤਾ ਗਿਆ ਉਹਦੀ ਰਿਪੋਰਟ ਦੇ ਵਿੱਚ ਕਿ ਜਿਹੜਾ FCI ਹੈ ਇਸ ਨੂੰ ਜਿੰਨੀ ਛੇਤੀ ਖਤਮ ਕੀਤਾ ਜਾਵੇ ਉਨਾ ਹੀ ਸਰਕਾਰ ਲਈ ਵਧੀਆ। ਸੋ ਇਹੋ ਜਿਹੇ ਮਸਲਿਆਂ ਦੇ ਵਿੱਚ ਸਾਡਾ ਇੱਥੇ ਧਰਨਾ ਦੇਣਾ, ਇਸ ਤਰ੍ਹਾਂ ਦਾ ਰੋਸ ਜਿਹੜਾ ਹੈਗਾ ਜ਼ਾਹਰ ਕਰਨਾ, ਉਹ ਡੈਮੋਕ੍ਰੈਟਿਕ ਵੇ ਦੇ ਵਿੱਚ ਬਹੁਤ ਜ਼ਰੂਰੀ ਬਣ ਜਾਂਦਾ। ਜਿਸ ਤਰ੍ਹਾਂ ਕਿ ਅਦਾਇਗੀ ਦੀ ਗੱਲ ਕੀਤੀ ਗਈ ਹੈ, ਤੁਸੀਂ ਉਸ ਵਿਸ਼ੇ ਨੂੰ ਵੀ ਛੂ ਰਹੇ ਹੋ ਕਿ ਡਾਇਰੈਕਟ ਅਦਾਇਗੀ ਕੀਤੀ ਜਾਏਗੀ। ਸਰਕਾਰ ਦਾ ਇਹ ਕਹਿਣਾ ਕਿ ਵਿਚੋਲੀਏ ਖਤਮ ਹੋ ਜਾਣਗੇ, ਕਿਸਾਨ ਨੂੰ ਸਿੱਧਾ ਪੈਸਾ ਮਿਲ ਜੂਗਾ, ਪਰ ਕਿਸਾਨ ਕਹਿੰਦਾ ਕਿ ਆੜਤੀ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਅਸੀਂ ਸਿੱਧਾ ਪੈਸਾ ਨਹੀਂ ਚਾਹੁੰਦੇ, ਸਾਨੂੰ ਆੜਤੀ ਚਾਹੀਦਾ। ਪਰ ਕੁਝ ਕਿਸਾਨ ਜਥੇਬੰਦੀਆਂ ਇਹ ਵੀ ਕਹਿੰਦੀਆਂ ਵੀ ਇਹ ਫੈਸਲਾ ਵੀ ਠੀਕ ਹੈ। ਕੀ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਹਜੇ ਸਹਿਮਤੀ ਨਹੀਂ ਬਣੀ? ਦੇਖੋ, ਇਹ ਨਹੀਂ ਗੱਲ ਹੈਗੀ। ਸਾਡੀ ਪ੍ਰੋਬਲਮ ਕਿੱਥੇ ਆ ਕੇ ਖੜਦੀ ਹੈ ਕਿ ਆੜਤੀਆ ਸਾਡੇ ਨਾਲ ਡੇ 1 ਤੋਂ ਜੁੜਿਆ ਹੋਇਆ ਤੇ ਆੜਤੀਆ ਇਸ ਸੰਘਰਸ਼ ਦਾ ਹਿੱਸਾ ਵੀ ਹੈ, ਕਿਉਂਕਿ ਜਿੰਨਾ ਸਾਡਾ ਆੜਤੀ ਹੈ ਜਾਂ ਛੋਟਾ ਦੁਕਾਨਦਾਰ ਹੈ, ਛੋਟਾ ਬਿਜ਼ਨਸਮੈਨ ਹੈ, ਉਹ ਵੀ ਇਸ ਸੰਘਰਸ਼ ਦਾ ਹਿੱਸਾ ਨੇ। ਦਲਿਤ ਭਰਾ ਵੀ ਸਾਡੇ ਇਸ ਸੰਘਰਸ਼ ਦਾ ਹਿੱਸਾ ਨੇ। ਸਾਡੀ ਜਿਹੜੀ ਵੱਡੀ ਕਹਾਣੀ ਉਹ ਹੈ ਕਿ ਸਾਡੇ ਬਾਹਲੇ ਫਾਰਮਰ ਜਿਹੜੇ ਹੈਗੇ ਨੇ ਉਹ ਵਿਚਾਰੇ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਵਾਹੁੰਦੇ ਨੇ। ਬਾਹਲਾ ਜ਼ਿਆਦਾ ਜਾਂਦੇ ਨੇ ਪੰਜਾਬ ਦੇ ਵਿੱਚ, ਮੋਰ ਦੈਨ ਟੂ ਦਾ 16% ਲੋਕ ਜਿਹੜੇ ਹੈਗੇ ਨੇ ਉਹ ਕਿਸੇ ਦੀਆਂ ਜ਼ਮੀਨਾਂ ਲੈ ਕੇ ਕਹਿੰਦੇ ਨੇ ਠੇਕਿਆਂ ਦੇ ਕੰਮ ਕਰਦੇ ਨੇ ਤੇ ਜ਼ਮੀਨਾਂ ਵਾਲੇ ਨੂੰ ਉਹਨਾਂ ਨੇ ਪਹਿਲਾਂ ਹੀ ਪੈਸੇ ਦਿੱਤੇ ਹੋਏ ਨੇ ਤੇ ਫਿਰ ਉਹਨਾਂ ਨੂੰ ਦੁਬਾਰੇ ਉਹਨਾਂ ਨੂੰ ਪੈਸੇ ਉਹਨਾਂ ਦੇ ਖਾਤਿਆਂ 'ਚ ਹੀ ਪੈਣਗੇ। ਸੋ ਬੜੀਆਂ ਇਹਦੇ 'ਚ ਬੜੀਆਂ ਪ੍ਰੋਬਲਮਸ ਨੇ। ਇਸ ਕਰਕੇ ਜਿਸ ਤਰ੍ਹਾਂ ਦਾ ਸਾਡਾ ਮਾਹੌਲ ਪਹਿਲਾਂ ਚੱਲਦਾ ਹੈ ਉਹ ਉਸੇ ਤਰ੍ਹਾਂ ਦਾ ਰਹੇ। ਜ਼ਿਆਦਾ ਇਹ ਹੈ ਕਿ ਵੀ ਸਾਡੇ ਜਿਹੜੇ ਠੇਕਿਆਂ ਦੇ ਲੈਂਦੇ ਨੇ ਉਹ ਭੱਜਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਸਾਡਾ ਤਾਂ ਜਿਹੜਾ ਕੰਟਰੈਕਟ ਵੀ ਹੈਗਾ ਉਹ ਵੀ ਜਵਾਨੀ ਕਲਾਮੀ ਹੈ, ਕੋਈ ਲਿਖਤੀ ਕੰਟਰੈਕਟ ਕਿਸੇ ਨਾਲ ਵੀ ਨਹੀਂ ਹੈਗਾ। ਸੋ ਅਸੀਂ ਕਿਸੇ ਦੇ ਵੀ ਢਿੱਡ 'ਚ ਲੱਤ ਨਹੀਂ ਮਾਰਨਾ ਚਾਹੁੰਦੇ। ਮੈਂ ਵੀ 20 ਕਿੱਲਿਆਂ ਦਾ ਏਕੜ ਦਾ ਕਾਸ਼ਤਕਾਰ ਹਾਂ। ਸੋ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਨੂੰ ਡਾਇਰੈਕਟ ਪੇਮੈਂਟ ਆਵੇ। ਸੋ ਕਹਾਣੀ ਇਹੀ ਹੈਗੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਆੜਤੀ ਆ ਉਹ ਵੀ ਬਚੇ, ਉਹਦੀ ਵੀ ਸਿਕਿਉਰਿਟੀ ਹੋਵੇ, ਕਿਉਂਕਿ ਸਾਰੇ ਬੰਦੇ ਨੇ ਉਹ ਤੋਂ ਪੈਸੇ ਚੱਕੇ ਹੁੰਦੇ ਨੇ ਪਹਿਲਾਂ,
ਉਹਨੂੰ ਕੀ ਹੁੰਦਾ ਕੀ ਕਾਰਨ ਕੀ ਸਮਝਦੇ ਹੋ ਤੁਸੀਂ ਇਸ ਚੀਜ਼ ਦਾ? ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਬਾਹਰਲੇ ਸੂਬਿਆਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਸਰਕਾਰ ਖਰਚ ਰਹੀ ਹੈ, ਲੁਭਾਣੇ ਵਾਅਦੇ ਕਰਦੀ ਹੈ। ਜਿਹੜਾ ਪੰਜਾਬ ਹੈ ਉਹ ਕਿਸਾਨੀ ਸੂਬਾ ਹੀ ਕਿਹਾ ਜਾ ਸਕਦਾ, ਸਿੱਧੇ ਤੌਰ ਤੇ ਮੁੱਖ ਕਿੱਤਾ ਜਿਹੜਾ ਇੱਥੇ ਕਿਸਾਨੀ ਹੈ ਲੋਕਾਂ ਦਾ। ਫਿਰ ਕਿਸਾਨਾਂ ਨੂੰ ਕਿਉਂ ਨਹੀਂ ਲੁਭਾਉਣਾ ਚਾਹੁੰਦੀ ਸਰਕਾਰ? ਉਹਨਾਂ ਦੀ ਵੋਟ ਦੀ ਜ਼ਰੂਰਤ ਨਹੀਂ ਹੈ ਜਾਂ ਇਹਨਾਂ ਨੂੰ ਦੇਖਦੀ ਨਹੀਂ? ਕਿਉਂਕਿ ਪਹਿਲਾਂ ਤੁਸੀਂ ਕਾਲੇ ਕਾਨੂੰਨ ਜਿਹਨੂੰ ਕਹਿ ਰਹੇ ਹੋ 3 ਆਰਡੀਨੈਂਸ ਪਾਸ ਹੋ ਜਾਂਦੇ ਆ, ਉਸ ਤੋਂ ਬਾਅਦ ਗੱਲ ਕਰ ਲਈਏ ਕਿ ਡਾਇਰੈਕਟ ਅਦਾਇਗੀ ਦੀ ਗੱਲ ਆ ਜਾਂਦੀ ਹੈ, ਬਿਜਲੀ ਬਿੱਲ ਦੀ ਗੱਲ ਆ ਜਾਂਦੀ ਹੈ। ਉਸ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਗੱਲ ਆ ਗਈ ਕਿ ਜਿਹੜੇ ਕਿਸਾਨ ਨੇ, ਜਿਹੜੇ ਸੂਬੇ ਕੰਡਿਆਲੀ ਖੇਤਰ ਦੇ ਨੇੜੇ ਲੱਗਦੇ ਆ, ਬਾਰਡਰਾਂ ਦੇ ਨੇੜੇ ਆ, ਉਹ ਬਧਵਾ ਮਜ਼ਦੂਰ ਬਣਾ ਰਹੇ। ਇੱਕ ਚਿੱਠੀ ਇਸ ਤਰ੍ਹਾਂ ਦੀ ਵੀ ਆ ਗਈ। ਕੀ ਸੋਚਦੇ ਹੋ ਵੀ ਸਰਕਾਰ ਦਾ ਮਨਸੂਬਾ ਕੀ ਹੈ? ਕੀ ਉਹ ਪੰਜਾਬ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ? ਦੇਖੋ, ਨਹੀਂ, ਇਹ ਗੱਲ ਨਹੀਂ ਹੈਗੀ। ਇਹ ਗੱਲ ਇਸ ਗੱਲ ਕਹਾਣੀ ਹੈ ਕਿ ਇੱਥੇ ਸਿਰਫ 13 ਹੀ ਸੀਟਾਂ ਨੇ। ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਵੈਸਟ ਬੰਗਾਲ ਵੱਡਾ ਹੈ, ਸਾਡੇ ਲਈ ਅਸਾਮ ਵੱਡਾ ਹੈ, ਸਾਡੇ ਲਈ ਤਾਮਿਲਨਾਡੂ ਵੱਡਾ ਹੈ। ਉਹਨਾਂ ਦੇ ਜਿਹੜੇ ਖਦਸ਼ੇ ਨੇ ਉਹ ਇਸ ਕਿਸਮ ਦੇ ਨੇ। ਉਹ ਜਿਸ ਤਰ੍ਹਾਂ ਦੀ ਪਾੜੋ ਤੇ ਰਾਜਨੀਤੀ ਦੀ ਮਤਲਬ ਕਿ ਨੀਤੀ ਦੇ ਉੱਤੇ ਕੰਮ ਕਰਦੇ ਨੇ ਤੇ ਸਾਡੇ ਆਪਸ 'ਚ ਫਿਰਕਿਆਂ ਦੇ ਕਹਿੰਦੇ ਨੇ ਜਿਹੜੇ ਪੁਆੜੇ ਪਾਉਣ ਦਾ ਕੰਮ ਕਰਦੇ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਤੋਂ ਬਚਣ ਦੀ ਸਾਨੂੰ ਲੋੜ ਹੈ। ਤੇ ਪਲੱਸ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਅੱਜ ਬੀਜੇਪੀ ਚਾਹੁੰਦੀ ਹੈ ਕਿ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ ਵੈਸਟ ਬੰਗਾਲ ਹੈ, ਕਿ ਅਸੀਂ ਉਹ ਤੇ ਕਬਜ਼ਾ ਕਰੀਏ। 2 ਨੰਬਰ ਤੇ ਯੂਪੀ ਹੈ, 3 ਨੰਬਰ ਤੇ ਪੰਜਾਬ ਆਉਂਦਾ ਖੇਤੀ ਦੇ ਵਿੱਚ, 4ਥੇ ਨੰਬਰ ਤੇ ਗੁਜਰਾਤ ਆਉਂਦਾ ਹੈ, 5ਵੇਂ ਨੰਬਰ ਤੇ ਹਰਿਆਣਾ ਆਉਂਦਾ ਹੈ। ਸੋ ਇਹ ਵੰਡ ਪ੍ਰਣਾਲੀ ਹੈ ਖੇਤੀ ਦੀ। ਸੋ ਇਹੋ ਜੀ ਗੱਲ ਨਹੀਂ ਕਿ ਖੇਤੀ ਇਕੱਲੇ ਪੰਜਾਬ 'ਚ ਹੁੰਦੀ ਹੈ, ਖੇਤੀ ਚਾਰੇ ਪਾਸੇ ਹੁੰਦੀ ਹੈ। ਪਰ ਜਿਹੜੀ ਕਣਕ ਦੀ ਫਸਲ ਹੈਗੀ ਹੈ ਉਹ ਮੱਧ ਪ੍ਰਦੇਸ਼ 'ਚ ਵੀ ਬਹੁਤ ਹੁੰਦੀ ਹੈ, ਉੱਥੇ ਬੀਜੇਪੀ ਦੀ ਸਰਕਾਰ ਬੈਠੀ ਆ। ਹਰਿਆਣੇ 'ਚ ਗਵਾਂਢੀ ਸੂਬੇ 'ਚ ਬੀਜੇਪੀ ਦੀ ਸਰਕਾਰ ਬੈਠੀ ਹੈ, ਜੋ ਆਪਦੇ ਮਨਸੂਬੇ ਉਹਨਾਂ ਲੋਕਾਂ ਦੇ ਉੱਤੇ ਥੋਪਣ ਲੱਗੀ ਹੋਈ ਹੈ। ਸਾਡੇ ਪੰਜਾਬ ਦੇ ਵਿੱਚ ਗੈਰ ਬੀਜੇਪੀ ਸਰਕਾਰ ਹੈ, ਕਾਂਗਰਸੀ ਸਰਕਾਰ ਹੈ। ਸੋ ਅਸੀਂ ਜਿਹੜਾ ਹੈਗਾ ਇਹ ਸਾਰਾ ਕੁਝ ਸ਼ਾਂਤੀਪੂਰਵਕ ਢੰਗ ਨਾਲ ਆਪਦਾ ਪ੍ਰੋਟੈਸਟ ਕਰ ਰਹੇ ਹਾਂ। ਤੇ 4 ਮਹੀਨੇ ਤੋਂ ਵੱਧ ਸਮਾਂ ਤਾਂ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਹੋ ਗਿਆ। ਉਹ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕੀਤਾ। ਸੋ ਇਹ ਬਲੈਕ ਲਾ ਜਿਹੜੇ ਬਣਾਏ ਨੇ ਇਹ ਗਵਰਨਮੈਂਟ ਨੂੰ ਰਿਪੀਲ ਕਰਨੇ ਪੈਣਗੇ ਤੇ ਐਮਐਸਪੀ ਦੀ ਗਾਰੰਟੀ ਦੇਣ ਦੇ ਲਈ ਕਾਨੂੰਨ ਬਣਾਉਣਾ ਪੈਣਾ। ਉਨੀ ਦੇਰ ਤੱਕ ਇਹ ਸੰਘਰਸ਼ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਚੱਲੂਗਾ। ਅਗਲਾ ਸਵਾਲ ਮੇਰਾ ਪ੍ਰਿਤਪਾਲ ਜੀ ਤੁਹਾਡੇ ਤੋਂ ਹੈ ਕਿ ਜਿਸ ਤਰ੍ਹਾਂ ਬਾਈ ਜੀ ਨੇ ਹੋਰਾਂ ਨੇ ਕਿਹਾ ਕਿ ਇਹ ਬਣਾਉਣਾ ਹੀ ਪਏਗਾ, ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਮੰਨੇ ਪਏ ਹਾਂ ਜੀ, ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਮੰਨਦੇ ਜਾਂ ਮੀਟਿੰਗ ਫਾਈਨਲ ਨਹੀਂ ਹੁੰਦੀ। ਕਾਰਨ ਕੀ ਸਮਝਦੇ ਹੋ? ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈ ਜਾਂ ਫਿਰ ਕੋਈ ਹੋਰ ਦਿੱਕਤ ਹੈ? ਦੇਖੋ, 3 ਕਾਲੇ ਕਾਨੂੰਨਾਂ ਤੋਂ ਬਾਅਦ, ਸਟੇ ਹੋਣ ਤੋਂ ਬਾਅਦ ਇਹ ਐਫਸੀਏ ਐਕਟ ਲਾਗੂ ਹੋਣਾ ਆਪਣੇ ਆਪ ਵਿੱਚ ਸਰਕਾਰ ਦਾ ਚਿਹਰਾ ਨੰਗਾ ਕਰਦੇ ਨੇ ਕਿ ਕਿਵੇਂ ਸਰਕਾਰ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਕੇ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਛੱਡ ਕੇ ਭੱਜ ਰਹੀ ਹੈ। ਸੋ ਕੋਈ ਕਮਿਊਨੀਕੇਸ਼ਨ ਗੈਪ ਨਹੀਂ ਹੈਗਾ। ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ, ਕਾਰਪੋਰੇਟ ਦੇ ਅੰਡਰ ਸਾਨੂੰ ਕਰਨਾ ਚਾਹੁੰਦੀ ਹੈ, ਸਾਰਾ ਦੇਸ਼ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਔਰ ਆਪਣੀਆਂ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸੋ ਇਹ ਜੋ ਐਕਟ ਐਫਸੀਏ ਐਕਟ ਵੀ ਬਣਾਇਆ, ਇਹ ਸਿੱਧੀ ਖਰੀਦ ਕਰਕੇ ਆੜਤੀਆਂ ਨੂੰ ਬਾਹਰ ਕੱਢ ਕੇ, ਇੱਕ ਤਰਕ ਹੈ ਉਹਨਾਂ ਦਾ ਵੀ ਆੜਤੀਆਂ ਨੂੰ ਬਾਹਰ ਕੱਢਿਆ ਜਾਏਗਾ। ਆੜਤੀਏ ਬਾਹਰੋਂ ਫਸਲ ਲਿਆ ਕੇ, ਸਾਡੇ ਸੂਬੇ ਦੇ ਵਿੱਚ ਐਮਐਸਪੀ ਹੋਣ ਕਰਕੇ ਬਾਹਰੋਂ ਫਸਲਾਂ ਲੈ ਕੇ ਇੱਥੇ ਵੇਚਦੇ ਨੇ। ਅਗਰ ਇਹ ਗੱਲ ਹੈ ਤਾਂ ਦੂਜੇ ਪਾਸੇ 3 ਕਾਨੂੰਨਾਂ ਦੇ ਵਿੱਚ ਇੱਕ ਅੰਤਰਰਾਜੀ ਕਾਨੂੰਨ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਐਮਐਸਪੀ ਪਹਿਲਾਂ ਸੀ, ਐਮਐਸਪੀ ਹੈ ਤੇ ਐਮਐਸਪੀ ਰਹੇਗੀ। ਤੇ ਜਦੋਂ ਬਾਹਰਲੇ ਸੂਬਿਆਂ 'ਚ ਵੀ ਇੱਕੋ ਰੇਟ ਹੈ, ਅਸੀਂ ਕਿਤੇ ਵੀ ਵੇਚ ਸਕਦੇ ਹਾਂ, ਫਿਰ ਉਹਨਾਂ ਦਾ ਇਹ ਤਰਕ ਬਣਦਾ ਹੀ ਨਹੀਂਗਾ ਵੀ ਆੜਤੀਏ ਬਾਹਰੋਂ ਲਿਆ ਕੇ ਫਸਲ ਵੇਚਦੇ ਨੇ। ਸੋ ਕਿਤੇ ਨਾ ਕਿਤੇ ਸਾਜ਼ਿਸ਼ ਦੀ ਬੂ ਆ ਰਹੀ ਹੈ। ਸਾਨੂੰ ਇਹ ਖੇਤੀ ਨੂੰ, ਸਾਡੇ ਦੇਸ਼ ਦੀ ਹੋਂਦ ਨੂੰ ਖਤਮ ਕਰਨ ਜਾ ਰਿਹਾ ਕਾਰਪੋਰੇਟ ਘਰਾਣੇ ਨਾਲ ਮਿਲ ਕੇ ਇੰਡੀਅਨ ਸਰਕਾਰ। ਸੋ ਤੁਸੀਂ ਦੇਖ ਸਕਦੇ ਹੋ ਅੱਜ ਐਫਸੀਆਈ ਗੋਦਾਮਾਂ ਦੇ ਬਾਹਰ ਜਿਹੜਾ ਹੈ ਪਟਿਆਲੇ ਦੇ ਵਿੱਚ ਵੱਡੇ ਲੈਵਲ ਦੇ, ਬਹੁਤ ਬਹੁਤ ਸ਼ੁਕਰੀਆ ਜੀ, ਵੱਡੇ ਲੈਵਲ ਦੇ ਉੱਤੇ ਧਰਨਾ ਲੱਗਿਆ ਹੋਇਆ। ਕਿਸਾਨ ਜਥੇਬੰਦੀਆਂ ਦੇ ਲੋਕ, ਕਿਸਾਨ ਆ ਕੇ ਇੱਥੇ ਬੈਠ ਚੁੱਕੇ ਆ। ਅੱਜ ਸਵੇਰ ਤੋਂ ਹੀ ਇੱਥੇ ਧਰਨਾ ਪ੍ਰਦਰਸ਼ਨ ਹੈ, ਸਵੇਰੇ 11 ਵਜੇ ਤੋਂ ਲੈ ਕੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਜਿਹੜਾ ਹੈ ਐਲਾਨ ਕੀਤਾ ਗਿਆ ਸੀ ਕਿ 5 ਤਰੀਕ ਨੂੰ ਸਾਰੇ ਐਫਸੀਆਈ ਗੋਦਾਮ ਔਰ ਦਫ਼ਤਰ ਜਿਹੜੇ ਹੈ ਘੇਰੇ ਜਾਣਗੇ। ਉਸ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਏਗਾ। ਸੋ ਉਸੇ ਲੀਹ ਦੇ ਉੱਤੇ ਚੱਲਦੇ ਹੋਏ ਕਿਸਾਨ ਇੱਥੇ ਆ ਚੁੱਕੇ ਹੈ, ਬੁਲਾਰੇ ਮੰਚ ਤੋਂ ਸੰਬੋਧਨ ਕਰ ਰਹੇ ਹੈ ਔਰ ਇੱਥੇ ਆ ਕੇ ਜਿਹੜਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਬੈਠ ਗਏ ਹੈ। ਸੋ ਤੁਸੀਂ ਇਸ ਦੀਆਂ ਤਸਵੀਰਾਂ ਪਟਿਆਲਾ ਤੋਂ ਦੇਖ ਰਹੇ ਸੀ। ਕੈਮਰਾਮੈਨ ਸੰਦੀਪ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।